ਸਾਡੇ ਨਾਲ ਇਸ ਟਾਈਮ ਮੌਜੂਦ ਹਨ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਸੁਤੰਤਰ ਕੁਮਾਰ ਐਰੀ ਜੀ। ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਸੁਤੰਤਰ ਕੁਮਾਰ ਜੀ, ਤੁਹਾਡਾ ਤਾਂ ਪਹਿਲਾਂ ਜੰਦਰਾਂ ਤੇ ਬਹੁਤ ਬਹੁਤ ਸਵਾਗਤ। ਥੈਂਕ ਯੂ ਜੀ। ਸਰ, ਜਿੱਦਾਂ ਕਿ ਹੁਣ ਮੌਸਮ ਦੀ ਖਰਾਬੀ ਹੋ ਰਹੀ ਹੈ, ਸਭ ਤੋਂ ਪਹਿਲਾਂ ਮੈਂ ਇਹ ਸਵਾਲ ਕਰਾਂਗਾ ਕਿਉਂਕਿ ਕਿਸਾਨਾਂ ਦੇ ਵਿੱਚ ਜਿਹੜਾ ਇੱਕ ਇਹ ਬਹੁਤ ਜ਼ਿਆਦਾ ਡਰ ਹੈ, ਚਿੰਤਾ ਵੀ ਹੋ ਰਹੀ ਹੈ। ਜਿੱਦਾਂ ਬੇਮੌਸਮੀ ਬਰਸਾਤ ਹੋ ਰਹੀ ਹੈ, ਬੀਤੀ ਰਾਤ ਵੀ ਜਿਹੜਾ ਹੈ ਹਨੇਰੀ ਵੀ ਚੱਲੀ ਹੈ ਅਤੇ ਭਾਰੀ ਬਰਸਾਤ ਵੀ ਹੋਈ ਹੈ। ਇਸ ਦੇ ਉੱਤੇ ਜਿਹੜੀਆਂ ਕਣਕ ਦੀ ਫਸਲ ਜਿਹੜੀ ਹਲੇ ਹਰੀ ਹੈ ਉਸ 'ਤੇ ਕਿੰਨਾ ਕੁ ਅਸਰ ਪੈ ਸਕਦਾ ਔਰ ਕਿਸਾਨ ਜਿਹੜਾ ਜਿਹੜੀ ਚਿੰਤਾ 'ਚ ਹੈ ਉਹ ਕਿੱਦਾਂ ਉਹਦੀ ਜਿਹੜੀ ਚਿੰਤਾ ਦਾ ਹੱਲ ਹੋ ਸਕਦਾ? ਥੋੜ੍ਹਾ ਸਾ ਪਹਿਲਾਂ ਇਸ ਬਾਰੇ ਦੱਸ ਦਿਓ। ਦੇਖੋ, ਜਿਹੜਾ ਇਸ ਵੇਲੇ ਬਾਰਿਸ਼ ਦਾ ਪੈਣਾ ਇਹ ਤਾਂ ਕਿਸੇ ਵੀ ਸਟੇਜ ਤੇ ਕ੍ਰੌਪ ਹੈ ਜਿੱਦਾਂ ਸਾਡੀ, ਜੇ ਉਹਦੇ ਵਾਸਤੇ ਠੀਕ ਨਹੀਂ, ਕਿਉਂਕਿ ਇਸ ਲਈ ਕਰੀਬ ਸਾਡੀ ਫਸਲ ਜਿਹੜੀ ਆ ਉਹ ਪੱਕੀ ਹੋਈ ਹੈ ਜਾਂ ਥੋੜ੍ਹੇ ਚਿਰਾਂ 'ਚ 5-7 ਦਿਨਾਂ 'ਚ ਉਹ ਬਿਲਕੁਲ ਤਿਆਰ ਹੈ। ਠੀਕ ਹੈ ਨਾ। ਔਰ ਜਿਸ ਲਈ ਬਾਰਿਸ਼ ਦਾ ਪੈਣਾ ਔਰ ਉਹਦੇ ਨਾਲ ਜਿਸ ਲਈ ਤੇਜ਼ ਹਵਾਵਾਂ ਦਾ ਆਉਣਾ, ਉਹਦੇ ਨਾਲ ਫਸਲ ਡਿੱਗਣ ਦਾ ਡਰ ਹੁੰਦਾ। ਸੋ ਵੈਸੇ ਅਸੀਂ ਜਿਹੜੀਆਂ ਰਿਪੋਰਟਾਂ ਲਈਆਂ ਨੇ ਕੁਛ, ਉਹਦੇ 'ਚ ਨਾਲ ਸਾਡੇ ਜਿਹੜੇ ਬਾਕੀ ਜ਼ਿਲ੍ਹਿਆਂ 'ਚ ਕਰੀਬ ਠੀਕ ਹੈ, ਕੋਈ ਐਡਾ ਨੁਕਸਾਨ ਨਹੀਂ। ਸਿਰਫ ਇੱਕ ਮੁਕਤਸਰ ਤੋਂ ਰਿਪੋਰਟ ਆ ਰਹੀ ਹੈ ਵੀ ਉੱਥੇ ਥੋੜ੍ਹਾ ਜਿਹੜੇ ਨੇ ਉਹ ਗੜੇਮਾਰੀ ਹੋਈ ਹੈ ਥੋੜ੍ਹੀ ਜਿਹੀ, ਉਹਨਾਂ 'ਚ 3-4 ਪਿੰਡਾਂ 'ਚ ਉੱਥੇ ਇਫੈਕਟ ਉਹ ਅਸੀਂ ਪਤਾ ਕਰ ਰਹੇ ਹਾਂ ਨੁਕਸਾਨ ਦਾ, ਕੀ ਕੋਈ ਨੁਕਸਾਨ ਤਾਂ ਨਹੀਂ ਹੋਇਆ। ਅਤੇ ਅਦਰਵਾਈਜ਼ ਮੁੱਢਲੀਆਂ ਰਿਪੋਰਟਾਂ 'ਚ ਹਜੇ ਤੱਕ ਇਹਦੇ ਮੁਤਾਬਕ ਠੀਕ ਆ। ਵੈਸੇ ਇਸ ਸਟੇਜ 'ਤੇ ਬਾਰਿਸ਼ ਦਾ ਪੈਣਾ ਹਰ ਪੱਖੋਂ ਜਿਹੜਾ ਉਹ ਜਿਹੜਾ ਠੀਕ ਨਹੀਂ। ਔਰ ਅਸੀਂ ਇਹੀ ਕਾਮਨਾ ਕਰਦੇ ਹਾਂ ਉਸ ਭਗਵਾਨ ਤੋਂ ਵੀ ਮੌਸਮ ਠੀਕ ਠਾਕ ਰਹੇ ਹੁਣ, ਔਰ ਜਿਹੜਾ ਇੰਨੀ ਮਿਹਨਤ ਨਾਲ ਪਾਲੀ ਹੋਈ ਫਸਲ ਆ ਉਹ ਬਕਾਇਦਾ ਉਪਜ ਜਿਹੜੀ ਬੜੀ ਸਾਡੀ ਮਿਹਨਤ ਦੀ ਕਮਾਈ ਆ ਉਹ ਪ੍ਰੋਪਰਲੀ ਸਾਡੇ ਕਿਸਾਨਾਂ ਦੀ ਜਿਹੜੀ ਆ ਉਹ ਆਮਦਨ ਦੇ ਰੂਪ ਵਿੱਚ ਆਏ ਹੋਣੀ ਚਾਹੀਦੀ ਹੈ। ਸੋ ਉਮੀਦ ਕਰਦੇ ਹਾਂ ਹੁਣ ਅੱਗੇ ਤੋਂ ਠੀਕ ਰਹੇਗਾ, ਜਾਂ ਭਗਵਾਨ ਨੂੰ ਇਹੀ ਕਹਿ ਸਕਦੇ ਹਾਂ। ਜਿਵੇਂ ਕਿ ਤੁਸੀਂ ਦੱਸਿਆ ਕਿ ਬੇਮੌਸਮੀ ਬਰਸਾਤ ਹੋਣਾ ਔਰ ਤੇਜ਼ ਹਵਾਵਾਂ ਚੱਲਣਾ ਇਹ ਫਸਲ ਵਾਸਤੇ ਠੀਕ ਨਹੀਂ ਹਨ, ਪਰ ਹੁਣ ਜਿਹੜੀਆਂ ਹਲੇ ਹਰੀਆਂ ਨੇ ਉਹਨਾਂ 'ਤੇ ਕਿੰਨਾ ਕੁ ਅਸਰ ਪੈ ਸਕਦਾ? ਜਿਹੜੀ ਕਣਕ ਦੀ ਫਸਲ ਜਿਹੜੀ ਹਰੀ ਹੈ ਥੋੜ੍ਹੀ ਹਲੇ ਪ੍ਰੋਪਰ ਪੱਕੀ ਨਹੀਂ ਹੈ ਪੂਰੀ ਸੰਪੂਰਨ ਤਰੀਕੇ ਨਾਲ ਉਹਨਾਂ ਨਹੀਂ, ਉਹ ਜਿਹੜੀ ਸਟੇਜ ਆ ਕਾਫੀ ਜਿਹੜੀ ਲੇਟ ਬੀਜੀ ਹੈ ਔਰ ਉਹਨਾਂ ਹਾਲਤਾਂ 'ਚ ਇਹ ਹੈ ਕੁਛ ਫਸਲ ਜਿਹੜੀ ਕਾਫੀ ਹਜੇ ਲੋਕਾਂ ਨੇ ਲੇਟ ਬਿਜਾਈ ਕੀਤੀ ਹੈ, ਉਹਦਾ ਤਾਂ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈ। ਉਹ ਤਾਂ ਉਹਦੇ ਵਾਸਤੇ ਇਸ ਲਈ ਕਿਉਂਕਿ ਉਹ ਹੈਗੀ ਵੀ ਉਹ ਸਟੇਜ ਹੈ ਜਿਸ ਲਈ ਦਾਣੇ ਦੀ ਡਿਵੈਲਪਮੈਂਟ ਦੀ ਸਟੇਜ ਹੈ, ਅਤੇ ਉਹਦੇ ਵਾਸਤੇ ਤਾਂ ਸਗੋਂ ਇਹ ਜਿਹੜੀ ਇਸ ਵੇਲੇ ਬਾਰਿਸ਼ ਦਾ ਹੋਣਾ ਹੈ ਉਹ ਗ੍ਰੇਨ ਦੀ ਡਿਵੈਲਪਮੈਂਟ 'ਚ, ਦਾਣੇ ਦੀ ਡਿਵੈਲਪਮੈਂਟ 'ਚ ਉਹ ਫਾਇਦੇ 'ਚ ਵੀ ਹੋ ਸਕਦਾ। ਸੋ ਕ੍ਰੌਪ ਦੀ ਸਟੇਜ 'ਤੇ ਡਿਪੈਂਡ ਕਰਦਾ ਕਿਹੜੀ ਸਟੇਜ 'ਤੇ ਹੈ। ਸੋ ਇਹ ਜਿਹੜੀ ਛੋਟੀ ਸਟੇਜ 'ਤੇ ਹੈ ਜਿਹਦਾ ਦਾਣਾ ਡਿਵੈਲਪ ਹੋ ਰਿਹਾ, ਉਹਦੇ ਵਾਸਤੇ ਇਸ ਬਾਰਿਸ਼ ਦਾ ਫਾਇਦਾ ਵੀ ਹੈ। ਇੱਕ ਸਰ, ਹੁਣ ਮੈਂ ਗੱਲ ਕਰ ਰਿਹਾ ਕਰੋਨਾ ਵਾਇਰਸ ਦੀ ਜਿਹੜੀ ਮਹਾਮਾਰੀ ਚੱਲ ਰਹੀ ਹੈ, ਇਸ ਦੇ ਪ੍ਰਕੋਪ ਦੇ ਕਾਰਨ ਆਪਣੇ ਸੂਬੇ ਦੇ ਵਿੱਚ ਕਰਫਿਊ ਵੀ ਲੱਗਾ ਹੋਇਆ ਔਰ ਖਾਸਾ ਪ੍ਰਬੰਧ ਵੀ ਕੀਤੇ ਗਏ ਸੂਬਾ ਸਰਕਾਰ ਵੱਲੋਂ ਕਣਕ ਦੀ ਮੰਡੀਕਰਨ ਵਾਸਤੇ। ਕਿਸਾਨਾਂ ਦੇ ਵਿੱਚ ਇਸ ਸੰਬੰਧੀ ਵੀ ਕਾਫੀ ਚਿੰਤਾ ਦੇਖਣ 'ਚ ਮਿਲ ਰਹੀ ਹੈ ਕਿ ਕਿਵੇਂ ਉਹਨਾਂ ਦਾ ਮੰਡੀਕਰਨ ਹੋਣਾ ਹੈ, ਕਿ ਉਹਨਾਂ ਨੂੰ ਪ੍ਰੋਪਰ ਉਹ ਚੀਜ਼ ਦਾ ਮੁਨਾਫਾ ਹੋਣਾ ਜਿਹੜਾ ਪਿਛਲੇ ਸਾਲਾਂ 'ਚ ਹੁੰਦਾ ਸੀ ਜਾਂ ਨਹੀਂ ਹੁੰਦਾ। ਸਰ ਇਸ ਬਾਰੇ ਸਰ ਜਿਹੜੀ ਇਹ ਚਿੰਤਾ ਕਿਸਾਨਾਂ ਦੀ, ਸਰ ਇਸ ਬਾਰੇ ਤੁਹਾਡਾ ਕੀ ਹੈ? ਦੇਖੋ, ਸਰਕਾਰ ਵੱਲੋਂ ਬੜੇ ਪ੍ਰੋਪਰ ਪ੍ਰਬੰਧ ਕੀਤੇ ਗਏ ਆ, ਜਿਹਦੇ 'ਚ ਤੁਹਾਡੇ ਸਾਹਮਣੇ 3 ਪਿੰਡਾਂ ਪਿੱਛੇ ਇੱਕ ਮੰਡੀ ਦਾ ਕਰ ਦਿੱਤਾ ਜਾਣਾ। ਉਹਦੇ 'ਚ ਸੋਚ ਇਹੀ ਹੈ ਵੀ ਕਿਸਾਨਾਂ ਨੂੰ ਇਹਨਾਂ ਹਾਲਾਤਾਂ 'ਚ ਕਿਸੇ ਕਿਸਮ ਦੀ ਕੋਈ ਸਮੱਸਿਆ ਨਾ ਆਏ। ਕਿਸਾਨ ਬੜੀ ਹੀ ਆਸਾਨੀ ਨਾਲ ਆਪਣੇ ਆੜ੍ਹਤੀਏ ਦੇ ਥਰੂ ਕੋਆਰਡੀਨੇਸ਼ਨ ਕਰਕੇ ਆਪਣੀ ਉਪਜ ਉੱਥੇ ਪਹੁੰਚਾ ਸਕਣ। ਮਤਲਬ ਜਿਹੜੇ ਵੀ ਪ੍ਰੋਗਰਾਮ, ਜਿਹੜੇ ਵੀ ਕਾਰਨ, ਜੋ ਵੀ ਪ੍ਰੋਗਰਾਮ ਬਣਾਇਆ ਗਿਆ ਹੈ ਉਹਦੇ 'ਚ ਇਹੀ ਕਾਰਨ ਹੈ ਵੀ ਕਿਸਾਨਾਂ ਦੀ ਸਿਹਤ ਦਾ ਧਿਆਨ ਰੱਖਣ ਪੱਖੋਂ। ਜਿੱਦਾਂ ਹੁਣ ਅਸੀਂ ਕਹਿੰਦੇ ਹਾਂ ਵੀ 1 ਮੀਟਰ ਦਾ ਫਰਕ ਰੱਖਣਾ ਹੈ ਹਰ ਇੱਕ ਨੇ, ਜਿਸ ਲਈ ਗੱਲਬਾਤ ਵੀ ਕਰਨੀ ਹੈ ਜਾਂ ਚੱਲਣਾ ਵੀ ਹੈ, ਉਸ ਗੱਲ ਦਾ ਵੀ ਖਾਸ ਧਿਆਨ ਰੱਖਿਆ ਗਿਆ ਹੈ ਵੀ ਕਿਸਾਨਾਂ ਨੂੰ ਇਹ ਇਨਸਟਰਕਸ਼ਨਾਂ ਦਿੱਤੀਆਂ ਹਨ। ਉੱਥੇ ਵੀ ਸੰਬੰਧਿਤ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਵੀ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਹੈ, ਮਾਸਕ ਪਾਉਣਾ ਹੈ। ਹਾਂਜੀ, ਸੋ ਸੈਨੀਟਾਈਜ਼ਰਸ ਉੱਥੇ ਉਪਲਬਧ ਕਰਾਏ ਗਏ ਹਨ ਅਤੇ ਕਿਸਾਨਾਂ ਨੂੰ ਵੀ ਇਹ ਜਾਗਰੂਕ ਕੀਤਾ ਗਿਆ ਹੈ ਵੀ ਤੁਸੀਂ ਸੈਨੀਟਾਈਜ਼ਰ ਦੀ ਸਮੇਂ-ਸਮੇਂ 'ਤੇ ਵਰਤੋਂ ਕਰਨੀ ਹੈ ਔਰ ਆਪਣੇ ਆਪ ਨੂੰ ਇਸ ਮਹਾਂਮਾਰੀ ਤੋਂ ਬਚਾਉਣਾ ਹੈ। ਸੋ ਇਹਨਾਂ ਗੱਲਾਂ ਦਾ ਧਿਆਨ ਕਰਕੇ ਆਪਣੀ ਦੇਖੋ ਉਪਜ ਜਿਹੜੀ ਇੱਕ ਬੜੀ ਮਿਹਨਤ ਨਾਲ ਪਾਲੀ ਹੋਈ ਫਸਲ ਹੈ ਉਹਨੂੰ ਬਕਾਇਦਾ ਆਪਾਂ ਮੰਡੀ 'ਚ ਸਾਰੇ ਪੱਖੋਂ ਆਪਣੇ
ਆਪਣੇ ਹੱਕਾਂ ਦੀ, ਆਪਣੇ ਜਿਹੜੇ ਸਾਡੇ ਜ਼ਿੰਮੇਵਾਰੀਆਂ ਹਨ ਉਹਨਾਂ ਦਾ ਧਿਆਨ ਕਰਦੇ ਹੋਏ ਜ਼ਿੰਮੇਵਾਰੀ ਨਾਲ ਫਸਲ ਵੇਚਣੀ ਹੈ ਔਰ ਪੂਰਾ ਉਹਦਾ ਜੋ ਭਾਅ ਲੱਗਦਾ ਹੈ ਉਹ ਪੂਰਾ ਪੈਸਾ ਲੈ ਕੇ ਉਹਦੇ ਨਾਲ ਆਪਣੀ ਆਮਦਨ ਨੂੰ ਵਧਾਉਣਾ ਹੈ। ਇਹ ਕਿਸਾਨ ਵੀਰਾਂ ਨੂੰ ਅਸੀਂ ਲਗਾਤਾਰ ਜਾਗਰੂਕ ਕਰ ਰਹੇ ਹਾਂ। ਇੱਕ ਸਰ ਜਿਵੇਂ ਕਿ ਹੁਣ ਕਰੋਨਾ ਵਾਇਰਸ ਦੀ ਮਹਾਮਾਰੀ ਦੇ ਚੱਲਦੇ ਇੱਕ ਉਹ ਜਿਹੜਾ ਕਿ ਮੌਕਾ ਵੀ ਆ ਆਪਣੇ ਕੋਲ ਕਿ ਜਿਹੜਾ ਅਸੀਂ ਹਰ ਸਾਲ ਅਸੀਂ ਸੰਘਰਸ਼ ਕਰ ਯਤਨ ਕਰਦੇ ਉਪਰਾਲੇ ਕਰਦੇ ਹਾਂ ਕਿ ਕਿਸਾਨ ਨੂੰ ਜਿਹੜੇ ਮਜ਼ਦੂਰਾਂ ਸੰਬੰਧੀ ਝੋਨੇ ਦੀ ਬਿਜਾਈ ਸਮੇਂ ਜਿਹੜੀ ਮਜ਼ਦੂਰਾਂ ਦੀ ਕਮੀ ਹੁੰਦੀ ਹੈ ਜਾਂ ਹੁਣ ਜਿਹੜਾ ਮਜ਼ਦੂਰ ਇਸ ਵਾਰ ਜਿੱਦਾਂ ਲੋਕਡਾਊਨ ਵੀ ਚੱਲ ਰਿਹਾ, ਤਾਲਾਬੰਦੀ ਚੱਲ ਰਹੀ ਹੈ, ਇਸ ਦੌਰਾਨ ਮਜ਼ਦੂਰ ਵੀ ਨਹੀਂ ਦੇਖਣ ਨੂੰ ਮਿਲਣਗੇ ਜਾਂ ਉਹਨਾਂ ਨੂੰ ਨਹੀਂ ਪ੍ਰਾਪਤ ਹੋਣਗੇ। ਇਸ ਦੇ ਵਿੱਚ ਉਹਨਾਂ ਦੀ ਜਿਹੜੀ ਡਾਇਵਰਸ਼ਨ ਹੈ ਕਿ ਉਹਨਾਂ ਦਾ ਜਿਹੜਾ ਬਦਲਾਵ ਹੈ ਕਰਨ 'ਚ ਇੱਕ ਮੌਕਾ ਵੀ ਹੈ। ਸਰ ਇਸ ਬਾਰੇ ਜਿਹੜਾ ਆਪਣੇ ਵਿਭਾਗ ਨੇ ਕੁਝ ਕਦਮ ਚੁੱਕ ਰਹੇ ਨੇ ਜਾਂ ਕੋਈ ਉਪਰਾਲੇ ਕੀਤੇ ਨੇ? ਦੇਖੋ, ਇਸ ਸੰਬੰਧੀ ਅਸੀਂ ਕਿਸਾਨ ਵੀਰਾਂ ਨਾਲ ਅਸੀਂ ਸਾਡਾ ਵਿਭਾਗ ਖਾਸ ਤੌਰ 'ਤੇ ਹੁਣ ਮੈਂ ਵੀ ਆਪਣੇ ਡਿਫਰੈਂਟ ਜ਼ਿਲ੍ਹਿਆਂ 'ਚ ਆਪਣੇ ਸਾਰੀ ਜ਼ਿਲ੍ਹੇ ਦੀਆਂ ਟੀਮਾਂ ਨਾਲ ਸੰਪਰਕ 'ਚ ਹਾਂ ਔਰ ਉਹਨਾਂ ਨਾਲ ਅਸੀਂ ਬਹਿ ਕੇ ਜਾਂ ਟੈਲੀਫੋਨ ਰਾਹੀਂ ਪ੍ਰੋਗਰਾਮ ਵੀ ਬਣਾਉਂਦੇ ਹਾਂ ਵੀ ਕਿਸਾਨ ਵੀਰਾਂ ਨਾਲ WhatsApp 'ਤੇ ਟੈਲੀਫੋਨ ਨਾਲ ਲਿੰਕ 'ਚ ਰਹੋ ਔਰ ਕਿਸਾਨਾਂ ਨੂੰ ਜਿਹੜੇ ਕਿਸਾਨ ਤੁਹਾਡੇ ਨਾਲ ਸੰਬੰਧਿਤ ਹਨ, ਜਿਨ੍ਹਾਂ ਨਾਲ ਤੁਸੀਂ ਮਿਲਦੇ ਹੋ, ਉਹਨਾਂ ਨੂੰ ਟੈਲੀਫੋਨ ਰਾਹੀਂ ਬਕਾਇਦਾ ਜਾਗਰੂਕ ਕਰਦੇ ਰਹੋ ਵੀ ਹਰ ਬਦਲਵੇਂ ਹਾਲਾਤ 'ਚ ਅਸੀਂ ਕਿਸ ਤਰ੍ਹਾਂ ਜਿਹੜਾ ਉਹ ਆਪਣੀ ਜਿਹੜੀ ਹੈ ਉਸ ਸਮੱਸਿਆ ਦਾ ਹੱਲ ਕੱਢ ਸਕਦੇ ਹਾਂ ਔਰ ਆਪਣੇ ਇਸ ਕੰਮ ਨੂੰ ਪੂਰਾ ਕਰ ਸਕਦੇ ਹਾਂ। ਉਹਦੇ ਲਈ ਦੇਖੋ, ਇੱਕ ਤਾਂ ਜੇ ਅਸੀਂ ਦੇਖੀਏ ਤਾਂ ਸਾਡੇ ਪਿੰਡਾਂ 'ਚ ਲੇਬਰ ਜਿਹਦੀ ਮਨਰੇਗਾ ਦੀ ਲੇਬਰ ਹੈ ਉਹ ਉਪਲਬਧ ਹੈ। ਕੁਝ ਕਿਸਾਨ ਵੀਰਾਂ ਕੋਲ ਪੱਕੀ ਲੇਬਰ ਆਪਣੀ ਕੁਝ ਕੋਲ ਜਿਹੜੇ ਵੱਡੇ ਕਿਸਾਨਾਂ ਨੂੰ ਕੋਲ ਹੁੰਦੀ ਵੀ ਹੈ। ਸੋ ਇੱਕ ਭਾਈਚਾਰਕ ਭਾਵਨਾ ਸਾਰੇ ਕਿਸਾਨ ਵੀਰਾਂ 'ਚ ਹੁੰਦੀ ਹੈ, ਉਹਨਾਂ ਦਾ ਵੀ ਲਾਭ ਲਿਆ ਜਾ ਸਕਦਾ ਹੈ। ਉਹ ਤੋਂ ਇਲਾਵਾ ਕੁਛ ਆੜ੍ਹਤੀਆਂ ਕੋਲ ਵੀ ਲੇਬਰ ਹੁੰਦੀ ਹੈ। ਸੋ ਇੱਕ ਤਾਂ ਇਹ ਪੱਖ ਹੈ। ਦੂਸਰਾ, ਅਸੀਂ ਉਹਨਾਂ ਤੋਂ ਇਲਾਵਾ ਜਿਹੜਾ ਖਾਸ ਤੌਰ 'ਤੇ ਕਿਸਾਨ ਵੀਰਾਂ ਨੂੰ ਜਾਗਰੂਕ ਕਰ ਰਹੇ ਹਾਂ ਵੀ ਇਸ ਹਾਲਾਤਾਂ 'ਚ ਅਤੇ ਵੈਸੇ ਵੀ ਅਸੀਂ ਸਟੇਟ ਦੀ ਹਾਲਾਤਾਂ ਨੂੰ ਸਾਹਮਣੇ ਰੱਖ ਕੇ ਪਿਛਲੇ ਸਾਲਾਂ ਤੋਂ ਕਿਸਾਨ ਵੀਰਾਂ ਨੂੰ ਇਹ ਜਾਗਰੂਕ ਕਰਦੇ ਹਾਂ ਵੀ ਦੇਖੋ, ਲਗਾਤਾਰ ਸਾਡੇ ਪਾਣੀ ਦਾ ਪੱਧਰ ਜ਼ਮੀਨ ਦਾ ਥੱਲੇ ਡਿੱਗ ਰਿਹਾ, 49 ਸੈਂਟੀਮੀਟਰ ਹਰ ਸਾਲ ਪਾਣੀ ਦਾ ਪੱਧਰ ਥੱਲੇ ਜਾ ਰਿਹਾ। ਔਰ ਜੇ ਅਸੀਂ ਦੂਸਰਾ ਪੱਖ ਦੇਖੀਏ ਤੇ ਜਿੰਨਾ ਪਾਣੀ ਸਾਡੀ ਜ਼ਮੀਨ 'ਚ ਰੀਚਾਰਜ ਹੁੰਦਾ, ਜੇ 100 ਲੀਟਰ ਰੀਚਾਰਜ ਹੁੰਦਾ ਤੇ ਐਵਰੇਜ ਅਸੀਂ ਪੰਜਾਬ 'ਚ 165 ਲੀਟਰ ਬਾਹਰ ਕੱਢ ਰਹੇ ਹਾਂ। ਔਰ ਖਾਸ ਕਰਕੇ ਆਹ ਜ਼ਿਲ੍ਹਿਆਂ 'ਚ ਜੇ ਤਾਂ ਜਲੰਧਰ 'ਚ ਖੜੇ ਆ, ਜਲੰਧਰ ਦੀ ਐਗਜ਼ਾਮਪਲ ਲੈ ਲਈਏ ਤੇ ਇੱਕ ਜਲੰਧਰ ਈਸਟ ਬਲਾਕ ਆ, ਜੇ 100 ਲੀਟਰ ਰੀਚਾਰਜ ਹੁੰਦਾ ਨਾ ਤਾਂ 320 ਲੀਟਰ ਇੱਥੇ ਅਸੀਂ ਬਾਹਰ ਕੱਢ ਰਹੇ ਹਾਂ। ਓਵਰਆਲ ਜ਼ਿਲ੍ਹੇ ਦੀ ਐਵਰੇਜ ਕੱਢਦੇ ਹਾਂ ਪੂਰੇ ਜ਼ਿਲ੍ਹੇ ਦੀ, ਫਿਰ ਉਹ 239 ਲੀਟਰ ਬਾਹਰ ਕੱਢਦੇ ਹਾਂ ਅਸੀਂ। ਸੋ ਇੱਦਾਂ ਹੀ ਸਾਡਾ ਸੰਗਰੂਰ ਜ਼ਿਲ੍ਹਾ ਹੈ, 265 ਲੀਟਰ ਬਾਹਰ ਕੱਢਦੇ ਹਾਂ ਜੇ 100 ਲੀਟਰ ਪਾਣੀ ਜ਼ਮੀਨ 'ਚ ਜਾਂਦਾ ਤਾਂ। ਇੱਦਾਂ ਹੀ ਸਾਡਾ ਆਪਣਾ ਮੋਗਾ 249 ਲੀਟਰ ਬਾਹਰ ਕੱਢਦੇ। ਮੇਰਾ ਕਹਿਣ ਦਾ ਭਾਵ ਵੀ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ। ਅਗਲੇ ਆਉਣ ਵਾਲੇ ਸਮੇਂ 'ਚ ਜੇ ਪਾਣੀ ਨਾ ਰਿਹਾ ਤੇ ਖੇਤੀ ਕਾਹਦੇ ਨਾਲ ਕਰਾਂਗੇ? ਸਾਡੇ ਬੱਚਿਆਂ ਨੂੰ ਅਸੀਂ ਗਾਂ ਜਿਹੜੀ ਇੱਕ ਸਰਮਾਏ 'ਚ ਕੀ ਦਿਆਂਗੇ? ਉਹ ਆਪਣੇ ਖੇਤੀ ਦੇ ਧੰਦੇ ਨੂੰ ਕਿਸ ਤਰ੍ਹਾਂ ਚਲਾਉਣਗੇ? ਇਸ ਕਰਕੇ ਅਸੀਂ ਇਹੀ ਜਾਗਰੂਕ ਕਰਦੇ ਹਾਂ ਵੀ ਆਪਣੀਆਂ ਉਹ ਫਸਲਾਂ ਅਡੋਪਟ ਕਰੋ ਜਿਹੜੀਆਂ ਘੱਟ ਪਾਣੀ ਲੈਂਦੀਆਂ ਹੋਣ। ਔਰ ਇਸ ਵੇਲੇ ਪਿਛਲੇ ਸਾਲ ਵੀ ਕਿਸਾਨ ਵੀਰਾਂ ਨੇ ਸਾਡੀ ਅਪੀਲ ਨੂੰ ਮੰਨਿਆ, ਮੱਕੀ 'ਚ ਏਰੀਆ ਕਾਫੀ ਵਧਾਇਆ ਉਹਨਾਂ ਨੇ। ਪਿਛਲੇ ਵਾਰ ਉਹ ਤੋਂ ਪਹਿਲੇ 1,09,000 ਸੀਗਾ, 1,60,000 ਪਿਛਲੇ ਸਾਲ ਰਖਵਾਇਆ। ਇਸ ਵਾਰ ਵੀ ਅਸੀਂ ਬੀਜ ਦੇ ਪ੍ਰਬੰਧ ਕੀਤੇ ਆ, ਬੀਜ ਮੱਕੀ ਦੇ ਜਿਹਦੇ 'ਚ ਅਸੀਂ NSC ਰਾਹੀਂ, ਨੈਸ਼ਨਲ ਸੀਡ ਕਾਰਪੋਰੇਸ਼ਨ ਰਾਹੀਂ 135 ਰੁਪਏ ਪ੍ਰਤੀ ਕਿਲੋ ਬੀਜ ਤੇ ਸਬਸਿਡੀ ਦੇ ਨਾਲ ਕਿਸਾਨਾਂ ਨੂੰ ਬੀਜ ਮੁਹੱਈਆ ਕਰਾਵਾਂਗੇ। ਜਿਹੜੀ ਵੈਰਾਈਟੀ ਜਿਹੜੇ ਇਲਾਕੇ 'ਚ ਚੰਗੀ ਪ੍ਰੋਗਰੈਸ ਦਿੰਦੀ ਹੈ ਉਹਦਾ ਵੀ ਉੱਥੇ ਉਪਲਬਧ ਕਰਾਇਆ ਜਾਏਗਾ। ਔਰ ਇਹ ਅਸੀਂ ਇਹ ਡਿਵਰਸੀਫਿਕੇਸ਼ਨ 'ਚ ਇਹਦੇ 'ਚ ਮੱਕੀ ਦਾ ਬੀਜ ਕੇ ਮੱਕੀ ਦੀ ਬਿਜਾਈ ਕਰਕੇ ਅਸੀਂ ਇਸ ਲੇਬਰ ਦੀ ਪ੍ਰੋਬਲਮ ਤੋਂ ਵੀ ਛੁਟਕਾਰਾ ਪਾ ਸਕਦੇ ਹਾਂ। ਇਹ ਤੋਂ ਇਲਾਵਾ ਕਾਟਨ ਬੈਲਟ 'ਚ ਅਸੀਂ ਕਿਸਾਨ ਵੀਰਾਂ ਨੂੰ ਸੁਨੇਹਾ ਦੇ ਰਹੇ ਹਾਂ, ਉੱਥੇ ਕਾਟਨ ਦੇ ਏਰੀਏ ਨੂੰ ਵਧਾਓ ਔਰ ਮੈਕਸੀਮਮ ਏਰੀਆ ਕਾਟਨ ਦਾ ਕਰੋ। ਜਿਹੜਾ ਪਿਛਲੇ ਸਾਲ ਅਸੀਂ 3,92,000 ਹੈਕਟੇਅਰ ਰਕਬਾ ਸੀਗਾ, ਐਤਕੀ ਅਸੀਂ ਉੱਥੇ ਵੀ ਲਿਖਿਆ ਵੀ 5 ਲੱਖ ਕਰਨਾ ਹੈ। ਇਸੇ ਤਰ੍ਹਾਂ ਮੱਕੀ ਦਾ ਵੀ ਅਸੀਂ ਪ੍ਰੋਗਰਾਮ ਬਣਾਇਆ ਹੈ
ਘੱਟੋ ਘੱਟ ਅਸੀਂ 3 ਲੱਖ ਤੋਂ 3.5 ਲੱਖ ਹੈਕਟੇਅਰ ਏਰੀਆ ਜਿਹੜਾ ਮੱਕੀ 'ਚ ਲਿਆਉਣਾ ਹੈ। ਸੋ ਕਿਸਾਨ ਵੀਰ ਮੱਕੀ ਨੂੰ ਅਡੋਪਟ ਕਰਕੇ ਆਪਣੀ ਇਸ ਲੇਬਰ ਦੀ ਸਮੱਸਿਆ ਨੂੰ ਹੱਲ ਕਰ ਸਕਦੇ ਆ। ਜਿਹੜੇ ਉਹ ਰਕਬੇ ਜਿੱਥੇ ਝੋਨਾ ਹੀ ਲੱਗਣਾ ਹੈ, ਜਿਹੜੀਆਂ ਭਾਰੀਆਂ ਜ਼ਮੀਨਾਂ ਹਨ ਔਰ ਉੱਥੇ ਪੈੜੀ ਹੀ ਲਗਾਈ ਜਾਣੀ ਹੈ, ਉੱਥੇ ਅਸੀਂ ਕਿਸਾਨ ਵੀਰਾਂ ਨੂੰ ਗਾਈਡ ਕਰ ਰਹੇ ਹਾਂ। DSR ਡਾਇਰੈਕਟ ਸੀਡ ਰਾਈਸ ਜਿਹੜੀ ਹੈ DSR ਵਿਧੀ ਨਾਲ ਤੁਸੀਂ ਉਹਨੂੰ ਅਪਣਾਉਂਦੇ ਹੋਏ ਝੋਨੇ ਦੀ ਬਿਜਾਈ ਕਰੋ। ਔਰ DSR ਮਸ਼ੀਨਾਂ ਉਪਲਬਧ ਹਨ, ਉਹਨਾਂ ਦੀ ਵਰਤੋਂ ਕਰਕੇ ਤੇ ਅਸੀਂ ਇਹ ਬਿਜਾਈ ਕਰ ਸਕਦੇ ਹਾਂ ਤੇ ਉਹਦੇ ਨਾਲ ਆਪਣੀ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਵੀ ਸਾਨੂੰ ਮਿਲਦਾ। ਔਰ ਸਾਡੀ ਜਿਹੜੀ ਰਾਜ ਦੀ ਲੋੜ ਹੈ ਉਹਦੇ ਮੁਤਾਬਕ ਅਸੀਂ ਬਦਲਵੀਆਂ ਫਸਲਾਂ ਨੂੰ ਅਡਾਪਟ ਕਰ ਸਕਦੇ ਹਾਂ। ਇਹ ਤੋਂ ਇਲਾਵਾ ਅਸੀਂ ਜਿੱਥੇ ਝੋਨੇ ਦੇ ਏਰੀਏ 'ਚੋਂ ਵੀ ਮੱਕੀ ਆਪਣੀ ਬਾਸਮਤੀ ਲਿਆ ਸਕਦੇ ਹਾਂ। ਪਿਛਲੇ ਸਾਲ ਸਾਡਾ ਰਕਬਾ ਸੀ ਬਾਸਮਤੀ ਤੋਂ 5,14,000 ਹੈਕਟੇਅਰ ਤੋਂ ਵਧਾ ਕੇ 6,29,000 ਹੈਕਟੇਅਰ ਲਿਆਂਦਾ। ਇਸ ਵਾਰ ਅਸੀਂ ਇਹਨੂੰ 7 ਲੱਖ ਹੈਕਟੇਅਰ ਤੱਕ ਲਿਜਾਣਾ ਔਰ ਅਸੀਂ ਉਸ ਏਰੀਏ 'ਚ ਬਾਸਮਤੀ ਦਾ ਰਕਬਾ ਵਧਾਉਂਦੇ ਹੋਏ ਆਪਣੀ ਜਿਹੜਾ ਪਾਣੀ ਦੀ ਰਾਖੀ ਕਰ ਸਕਦੇ ਹਾਂ। ਸੋ ਇਹ ਅਸੀਂ ਸੁਨੇਹੇ ਕਿਸਾਨਾਂ ਤੱਕ ਪਹੁੰਚਾ ਰਹੇ ਹਾਂ ਤੇ ਮੈਨੂੰ ਆਸ ਵੀ ਹੈ ਵੀ ਕਿਸਾਨ ਵੀਰ ਇਹਨਾਂ ਸੁਨੇਹਿਆਂ ਨੂੰ ਅਪਣਾਉਣਗੇ ਤੇ ਵਿਭਾਗ ਮੋਢੇ ਨਾਲ ਮੋਢਾ ਲਾ ਕੇ ਹਰ ਮੁਸ਼ਕਲ 'ਚ ਕਿਸਾਨਾਂ ਨਾਲ ਖੜਾ। ਸਰ ਕਿਸਾਨਾਂ ਕੋਲ ਕਾਟਨ ਤੇ ਮੱਕੀ ਤੋਂ ਇਲਾਵਾ ਹੋਰ ਕਿਹੜੇ ਵਿਕਲਪ ਨੇ? ਦੇਖੋ, ਜਿਹੜਾ ਕਾਟਨ ਬੈਲਟ 'ਚ ਹੈ, ਜਿੱਥੇ ਇਹ ਸਾਡੇ ਮਾਲਵੇ ਦੇ ਜ਼ਿਲ੍ਹੇ ਜਿੱਥੇ ਕਾਟਨ ਲੱਗਦੀ ਹੈ, ਇੱਥੇ ਕਾਟਨ ਜਿਹੜਾ ਇਹ ਮੁੱਖ ਉੱਥੇ ਇਸੇ ਤਰ੍ਹਾਂ ਇਹਨੂੰ ਬਣਾ ਕੇ ਅਸੀਂ ਆਪਣੀ ਮੈਕਸੀਮਮ ਆਮਦਨ ਲੈ ਸਕਦੇ ਹਾਂ। ਇਹਦੇ ਨਾਲ ਉਹਨਾਂ ਜ਼ਿਲ੍ਹਿਆਂ 'ਚ ਅਸੀਂ ਕਾਟਨ ਨਾਲ ਮੱਕੀ ਵੀ ਬੀਜ ਕੇ ਇਹਦਾ ਕਰ ਸਕਦੇ ਹਾਂ। ਇਹ ਤੋਂ ਇਲਾਵਾ ਖਾਸ ਤੌਰ 'ਤੇ ਦਾਲਾਂ ਦਾ ਰਕਬਾ ਲੈ ਸਕਦੇ ਹਾਂ। ਮੈਂ ਤੁਹਾਨੂੰ ਹੋਰ ਦੱਸਣੀ ਚਾਹਾਂਗਾ, ਬੜੀ ਇੱਕ ਵਿਚਾਰਨ ਵਾਲੀ ਗੱਲ ਹੈ ਵੀ ਸਾਡੇ ਇਹ ਪਿਛਲੇ 61 ਦਾ ਲੈ ਲਈਏ ਡਾਟਾ, 61 ਵਿੱਚ ਸਾਡੇ ਰਕਬਾ ਜਿਹੜਾ ਮੱਕੀ ਦਾ ਰਕਬਾ ਸੀਗਾ 1961 ਦਾ, ਸਾਡਾ ਜਿਹੜਾ ਮੱਕੀ ਦਾ ਰਕਬਾ ਸੀਗਾ 3,27,000 ਹੈਕਟੇਅਰ ਸੀਗਾ ਔਰ ਝੋਨੇ ਦਾ ਰਕਬਾ ਉਸ ਵੇਲੇ ਸੀਗਾ 2,27,000 ਹੈਕਟੇਅਰ। ਜਿਹੜਾ ਪਿਆ ਪਿਛਲੇ ਸਾਲ ਵੱਧ ਕੇ 18-19 'ਚ ਜਿਹੜਾ ਮੱਕੀ ਦਾ ਰਕਬਾ 1,09,000 ਹੈਕਟੇਅਰ ਰਹਿ ਗਿਆ ਤੇ ਝੋਨੇ ਦਾ 31,05,000 ਹੈਕਟੇਅਰ ਹੋ ਗਿਆ। ਚਲੋ ਅਸੀਂ ਪਿਛਲੇ ਸਾਲ ਡਿਵਰਸੀਫਿਕੇਸ਼ਨ 'ਚ ਮੱਕੀ ਦੇ ਨੂੰ 1,09,000 ਤੋਂ 1,60,000 ਕੀਤਾ ਹੈ। ਸੋ ਸਾਨੂੰ ਆਪਣੀਆਂ ਉਹ ਫਸਲਾਂ ਬਦਲਵੀਆਂ ਉਹਨਾਂ ਨੂੰ ਅਡਾਪਟ ਕਰਨਾ ਚਾਹੀਦਾ। ਇਸੇ ਤਰ੍ਹਾਂ ਹੀ 61 ਵਿੱਚ ਦਾਲਾਂ ਥੱਲੇ ਰਕਬਾ 7,09,000 ਹੈਕਟੇਅਰ ਸੀਗਾ, ਜਿਹੜਾ ਸਿਰਫ 13,000 ਹੈਕਟੇਅਰ ਹੈ। ਸੋ ਦਾਲਾਂ ਨੂੰ ਵੀ ਅਡਾਪਟ ਕਰਨਾ ਸਾਡਾ ਜਿਹੜਾ ਉਹ ਵੀ ਇੱਕ ਮੰਤਵ ਹੋਣਾ ਚਾਹੀਦਾ। ਅਸੀਂ ਇਹਨਾਂ ਸਾਰੀਆਂ ਫਸਲਾਂ ਨੂੰ ਅਡਾਪਟ ਕਰਕੇ ਆਪਣੀ ਆਮਦਨ 'ਚ ਵੀ ਵਾਧਾ ਕਰ ਸਕਦੇ ਹਾਂ, ਆਪਣੀ ਜ਼ਮੀਨ ਦੀ ਸਿਹਤ ਵੀ ਸੁਧਾਰ ਸਕਦੇ ਹਾਂ। ਜੇ ਅਸੀਂ ਦਾਲਾਂ ਬੀਜਾਂਗੇ, ਇਹ ਲਿਗਿਊਮੀਨਸ ਕ੍ਰੌਪ ਨੇ, ਇਹ ਜ਼ਮੀਨ 'ਚੋਂ ਐਟਮੋਸਫੇਰਿਕ ਨਾਈਟ੍ਰੋਜਨ ਆਪਣੀ ਜੜ੍ਹਾਂ 'ਚ ਸਟੋਰ ਕਰਦੀਆਂ, ਜਿਹੜੀ ਸਾਡੀ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਣ 'ਚ ਬੜਾ ਫਾਇਦੇਮੰਦ ਹੁੰਦਾ। ਉਹਦਾ ਨਾਲ ਸਾਨੂੰ ਉਹ ਜਿਹੜੀ ਉਹਦੇ ਪੈਦਾਵਾਰ ਦੇ ਕੇ ਦਾਲਾਂ ਦੀ ਸਾਡੀ ਜਿਹੜੀ ਲੋੜ ਹੈ ਉਹਨੂੰ ਵੀ ਪੂਰਾ ਕਰਦੀਆਂ। ਸੋ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਕਰਕੇ ਖੇਤੀ ਕਰੀਏ ਤੇ ਅਸੀਂ ਵਧੀਆ ਆਮਦਨ ਲੈ ਸਕਦੇ ਹਾਂ। ਦਾਲਾਂ ਨੂੰ ਬਤੌਰ ਇੰਟਰਕ੍ਰੋਪਿੰਗ ਵੀ ਵਰਤ ਸਕਦੇ ਹਾਂ। ਇੰਟਰਕ੍ਰੋਪਿੰਗ ਦੂਜੀਆਂ ਫਸਲਾਂ ਦੇ ਵਿੱਚ ਬੀਜ ਕੇ ਅਸੀਂ ਉਹਦੇ ਨਾਲ ਆਪਣੀ ਆਮਦਨ ਵੀ ਵਧਾ ਸਕਦੇ ਹਾਂ ਤੇ ਜ਼ਮੀਨ ਦੀ ਸਿਹਤ ਵੀ ਸੁਧਾਰ ਸਕਦੇ ਹਾਂ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਇੰਟੈਗਰੇਟਡ ਪ੍ਰੋਗਰਾਮ ਜਿਹੜਾ ਹੁੰਦਾ ਵੀ ਮਿਲੇ ਜੁਲੇ ਸਾਰੇ ਢੰਗ ਤਰੀਕੇ ਵਰਤ ਕੇ ਸਾਰੀ ਟੈਕਨੋਲੋਜੀ ਨੂੰ ਵਰਤ ਕੇ ਆਪਣੀ ਆਮਦਨ ਨੂੰ ਅਸੀਂ ਵਧਾ ਸਕਦੇ ਹਾਂ। ਸਰ ਅਖੀਰ ਦੇ ਵਿੱਚ ਮੈਂ ਇਸ ਵਾਲਾ ਜਦੋਂ ਵੀ ਫਸਲ ਦੀ ਵਢਾਈ ਹੁੰਦੀ ਆ ਉਸ ਤੋਂ ਬਾਅਦ ਕਿਸਾਨ ਜਿਹੜਾ ਪਰਾਲੀ ਨੂੰ ਅੱਗ ਲਗਾਉਣ ਤੋਂ ਜਿਹੜੇ ਆ ਚੂਤੇ ਨਹੀਂ ਰਹਿੰਦੇ। ਹਰ ਸਾਲ ਪਰਾਲੀ ਨੂੰ ਵੱਡੇ ਪੱਧਰ 'ਤੇ ਅੱਗ ਲਗਾਈ ਜਾਂਦੀ ਹੈ, ਪ੍ਰਦੂਸ਼ਣ ਫੈਲਦਾ। ਸਰ ਇਸ ਵਾਰ ਜਿਵੇਂ ਕਿ ਆਪਾਂ ਪਿਛਲੀ ਝੋਨੇ ਦੀ ਦੀ ਫਸਲ ਦੀ ਵਢਾਈ ਤੋਂ ਬਾਅਦ ਜਿਵੇਂ ਅਸੀਂ ਨਿਗਰਾਨੀ ਕੀਤੀ ਸੀ ਪਿੰਡਾਂ ਦੇ ਵਿੱਚ, ਕਈ ਕਿਸਾਨਾਂ ਉੱਤੇ ਕਾਰਵਾਈ ਵੀ ਕੀਤੀ ਗਈ ਸੀ। ਇਸ ਵਾਰ ਕਿਉਂਕਿ ਹੁਣ ਕਰਫਿਊ ਹੈ, ਵੈਸੇ ਹੀ ਤਾਲਾਬੰਦੀ ਹੈ, ਵੈਸੇ ਹੀ ਲੋਕ ਘਰਾਂ 'ਚ ਨੇ, ਇਸ ਵਾਰ ਖੇਤੀਬਾੜੀ ਵਿਭਾਗ ਕੀ ਪ੍ਰਬੰਧ ਕਰਨ ਜਾ ਰਿਹਾ ਔਰ ਕਿਵੇਂ ਨਿਗਰਾਨੀ ਕੀਤੀ ਜਾਏਗੀ ਇਹਨਾਂ ਕਿਸਾਨਾਂ ਦੇ ਉੱਤੇ, ਥੋੜ੍ਹਾ ਇਹ ਵੀ ਦੱਸ ਦੇਣਾ। ਔਰ ਕਿਸਾਨਾਂ ਵਾਸਤੇ ਤੁਸੀਂ ਇਸ ਪੱਖੋਂ ਕੀ ਅਪੀਲ ਕਰਦੇ ਹੋ? ਦੇਖੋ, ਪਿਛਲਾ ਸਮੇਂ 'ਚ ਤੁਸੀਂ ਪਿਛੋਕੜ ਨੂੰ ਜਾਣਦੇ ਹੀ ਹੋ ਵੀ ਝੋਨੇ ਤੋਂ ਬਾਅਦ ਜਿਹੜਾ ਸਮਾਂ ਹੈ ਕਿਸਾਨਾਂ ਕੋਲ ਜਿਹੜਾ ਹੋਇਆ ਇੱਕਦਮ ਬਾਅਦ 'ਚ ਕਣਕ ਬੀਜਣੀ ਤਾਂ ਉਹ ਨਾਲ ਦੀ ਨਾਲ ਹੀ ਕਈ ਕਿਸਾਨ, ਬਹੁਤੇ ਨਹੀਂ, ਕਾਫੀ ਕਿਸਾਨ ਜਿਹੜੇ ਹੁਣ ਅਵੇਅਰ ਹੈ, ਸਮਝਦੇ ਹੈ ਵੀ ਜੇ ਅਸੀਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਜ਼ਮੀਨ 'ਚ ਮਿਲਾ ਦਿਆਂਗੇ ਤੇ ਉਹਦੇ ਨਾਲ ਸਾਡੀ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ, ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ ਔਰ ਅਸੀਂ ਇੱਕ ਪੋਲਿਊਸ਼ਨ ਨਹੀਂ ਹੁੰਦਾ, ਇੱਕ ਸਾਡੇ ਅਸੀਂ ਵਾਤਾਵਰਣ ਨਹੀਂ ਗੰਦਲਾ ਹੁੰਦਾ। ਦੇਖੋ, ਮੁੱਖ ਜਿਹੜੇ ਅਸੀਂ ਦੇਖੀਏ ਤੇ ਜਿੱਥੇ ਅਸੀਂ ਰਹਿੰਦੇ ਹਾਂ, ਜਿੱਥੇ ਅਸੀਂ ਸਾਹ ਲੈਣਾ ਹੈ,
ਜਿੱਥੇ ਸਾਡੇ ਬੱਚਿਆਂ ਨੇ ਸਾਹ ਲੈਣਾ ਹੈ, ਉਸ ਵਾਤਾਵਰਣ ਨੂੰ ਸਾਂਭਣਾ ਸਾਡਾ ਮੁੱਖ ਫਰਜ਼ ਹੈ। ਔਰ ਸੈਕੰਡਲੀ ਜਿਹੜੀ ਤੁਹਾਡੀ ਜ਼ਮੀਨ ਹੈ, ਇਹਦੀ ਸਿਹਤ ਬਰਕਰਾਰ ਰੱਖਣੀ, ਇਹ ਵੀ ਸਾਡਾ ਮੁੱਖ ਜਿਹੜਾ ਜ਼ਿੰਮੇਵਾਰੀ ਹੈ। ਸੋ ਜੇ ਅਸੀਂ ਆਪਣੀ ਫਸਲਾਂ ਦੀ ਰਹਿੰਦ ਖੂੰਹਦ ਨੂੰ ਜ਼ਮੀਨ 'ਚ ਮਿਲਾ ਦਿਆਂਗੇ, ਉਹਦੇ ਨਾਲ ਤਾਂ ਇੱਕ ਜ਼ਮੀਨ ਦੀ ਸਿਹਤ ਬਣਦੀ ਹੈ, ਇੱਕ ਸਾਡਾ ਜਿਹੜਾ ਵਾਤਾਵਰਣ ਖਰਾਬ ਨਹੀਂ ਹੁੰਦਾ। ਇਹ ਅਸੀਂ ਜ਼ਿਮੀਂਦਾਰਾਂ ਨੂੰ ਸਮਝਾਇਆ, ਜ਼ਿਮੀਂਦਾਰਾਂ ਨੇ ਸਾਡੀ ਗੱਲ ਮੰਨੀ ਹੈ। ਔਰ ਕਰੀਬ ਪਿਛਲੇ ਸਾਲ ਅਸੀਂ ਕਰੀਬ 26,908 ਦੇ ਕਰੀਬ ਅਸੀਂ ਕਿਸਾਨਾਂ ਨੂੰ ਪਿਛਲੇ ਸਾਲ ਸੰਦ ਲੈ ਕੇ ਦਿੱਤੇ ਸੀ, ਐਤਕੀ 24,000 ਦੇ ਕਰੀਬ ਲੈ ਕੇ ਦਿੱਤੇ ਆ, ਜਿਹੜੇ ਫਸਲਾਂ ਦੀ ਰਹਿੰਦ ਖੂੰਹਦ ਨੂੰ ਜ਼ਮੀਨ 'ਚ ਬਣਾਉਣ ਵਾਸਤੇ ਹੀ ਵਰਤੇ ਜਾਂਦੇ ਆ। ਔਰ ਮੈਂ ਇਹੀ ਆਸ ਕਰਦਾ ਕਿਸਾਨ ਵੀਰ ਹੋਰ ਜ਼ਿੰਮੇਵਾਰੀ ਨਾਲ ਹੁਣ ਕਣਕ ਵੱਢ ਰਹੇ ਆ ਜਿਹੜੇ, ਇਹਦੀ ਨਾਲ ਨੂੰ ਬਕਾਇਦਾ ਤੂੜੀ ਬਣਾਉਣਗੇ। ਔਰ ਉਹਦੇ ਨਾਲ ਦੇਖੋ ਤੂੜੀ ਬਹੁਤ ਮਹਿੰਗੀ ਆ ਔਰ ਸਾਡੇ ਪਸ਼ੂਆਂ ਵਾਸਤੇ ਬਹੁਤ ਲੋੜੀਂਦੀ ਹੈ। ਤੂੜੀ ਬਣਾ ਕੇ ਉਹਦੇ ਆਪਣੀ ਆਮਦਨ ਨੂੰ ਵਧਾਉਣਗੇ, ਸਗੋਂ ਨਾ ਤਾਂ ਬੇਲੋੜ ਆਪਣੇ ਵਾਤਾਵਰਣ ਨੂੰ ਖਰਾਬ ਕਰਨਗੇ, ਨਾ ਆਪਣੇ ਇਸ ਕੁਦਰਤੀ ਸੋਮੇ ਨੂੰ ਬਰਬਾਦ ਕਰਨਗੇ। ਤੇ ਮੈਂ ਇਹ ਆਸ ਕਰਦਾ ਤੇ ਕਿਸਾਨਾਂ ਨੂੰ ਅਪੀਲ ਵੀ ਕਰਦਾ ਵੀ ਇਹੋ ਜਿਹੀ ਕੋਈ ਗਲਤੀ ਨਾ ਕਰਿਓ ਔਰ ਬਕਾਇਦਾ ਆਪਣੀ ਇਸ ਕੁਦਰਤੀ ਸੋਮੇ ਨੂੰ ਆਪਣੇ ਫਾਇਦੇ ਲਈ, ਆਪਣੀ ਲੋੜ ਮੁਤਾਬਕ ਔਰ ਨਾਲ ਦੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਪਿਆ ਅਸੀਂ ਵਾਤਾਵਰਣ ਨਾਲ ਗੰਦਲਾ ਕਰੀਏ, ਆਪਣੇ ਬੱਚਿਆਂ ਦਾ ਸਾਹ ਲੈਣਾ ਔਖਾ ਨਾ ਕਰੀਏ। ਇਸ ਸੰਸਾਰ 'ਚ ਜਿਸ ਪਰਪਸ ਵਾਸਤੇ ਆਏ ਹੋਏ ਆ, ਇਸ ਨੇਚਰ ਦੀ ਰਾਖੀ ਕਰਨੀ ਹੈ, ਨਾਲ ਦੀ ਨਾਲ ਇੱਥੋਂ ਕਮਾਉਣਾ ਤੇ ਖਾਣਾ ਵੀ ਹੈ, ਨਾਲ ਇਸ ਕੁਦਰਤ ਨੂੰ ਸਾਂਭਣਾ ਵੀ ਹੈ। ਆਪਣੀ ਉਸ ਰੱਬ ਵੱਲੋਂ ਦਿੱਤੀ ਹੋਈ ਜ਼ਿੰਮੇਵਾਰੀ ਨੂੰ ਵੀ ਨਾਲ ਨਿਭਾਉਣਾ ਹੈ ਤੇ ਨਾਲ ਦੀ ਨਾਲ ਇੱਥੋਂ ਜੋ ਅਸੀਂ ਲਾਭ ਲੈ ਸਕੀਏ, ਜੋ ਅਸੀਂ ਆਪਣੀ ਆਮਦਨ ਇੱਥੋਂ ਇਹਨੂੰ ਇਸ ਕੁਦਰਤ ਦੀ ਅਡੋਪਸ਼ਨ ਨਾਲ, ਕੁਦਰਤ ਨੂੰ ਅਪਣਾਉਂਦੇ ਹੋਏ ਆਪਣੀ ਆਮਦਨ ਕਰ ਸਕੀਏ, ਉਸ ਪਾਸੇ ਵੀ ਚੱਲਣਾ ਹੈ। ਸੋ ਮੈਂ ਇਹੀ ਕਿਸਾਨ ਵੀਰਾਂ ਨੂੰ ਕਹਾਂਗਾ ਵੀ ਜ਼ਿੰਮੇਵਾਰੀ ਨਾਲ ਆਪਣਾ ਹਰ ਕੰਮ ਜ਼ਿੰਮੇਵਾਰੀ ਨਾਲ ਔਰ ਸੋਚ ਨਾਲ। ਹੁਣ ਸਮਾਂ ਹੈ ਅਕਲ ਨਾਲ ਵਾਹ ਤੇ ਰੱਜ ਕੇ ਖਾ, ਹੁਣ ਸਮਾਂ ਉਹ ਨਹੀਂ ਹੈ ਵੀ ਦੱਬ ਕੇ ਬਾਅਦ ਤੇ ਰੱਜ ਕੇ ਖਾ। ਇਸ ਕਰਕੇ ਹਰ ਕੰਮ ਸੋਚ ਕੇ ਕਰਨਾ ਹੈ, ਤਕਨੀਕ ਨਾਲ ਕਰਨਾ ਹੈ। ਅਕਲ ਤੋਂ ਭਾਵ ਹੈ ਟੈਕਨੀਕ ਨਾਲ ਕਰੋ, ਹਰ ਕੰਮ ਟੈਕਨੀਕ ਨਾਲ ਕਰਨਾ ਹੈ, ਸੋਚ ਨਾਲ ਕਰਨਾ ਹੈ। ਟੈਕਨੀਕ ਨਾਲ, ਸੋਚ ਨਾਲ ਹਰ ਕੰਮ ਕਰਦੇ ਹੋਏ ਆਪਣੀ ਆਮਦਨ ਨੂੰ ਵਧਾਉਣਾ ਹੈ, ਆਪਣੀ ਵੱਧ ਤੋਂ ਵੱਧ ਆਮਦਨ ਲੈਣੀ ਹੈ। ਮੈਂ ਇਹ ਕਿਸਾਨ ਵੀਰਾਂ ਨੂੰ ਇਹੀ ਸੰਦੇਸ਼ ਦਿਆਂ। ਤੁਹਾਡੀ ਅਪੀਲ ਬਿਲਕੁਲ ਜਾਇਜ਼ ਹੈ, ਬਿਲਕੁਲ ਢੁਕਵੀਂ ਵੀ ਹੈ, ਲੇਕਿਨ ਫਿਰ ਵੀ ਕੁਝ ਕਿਸਾਨ ਜਿਹੜੇ ਹੈ ਜਿਹੜੀ ਪਰਾਲੀ ਨੂੰ ਅੱਗ ਜ਼ਰੂਰ ਲਗਾਉਂਦੇ ਨੇ, ਹਰ ਸਾਲ ਲਗਾਉਂਦੇ ਨੇ। ਜਿੱਦਾਂ ਕਿ ਅਸੀਂ ਪਿਛਲੇ ਸਾਲ ਵੀ ਲੋਹੀਆਂ ਵਾਲਾ ਜਿਹੜਾ ਏਰੀਆ ਸੀ ਇਹ ਦੇਖਿਆ ਸੀ, ਹੋਰ ਕਿਹੜੇ ਜਿਹੜੇ ਡੀਪ ਜਿਹੜੇ ਏਰੀਆ ਨੇ ਜਿਹੜੇ ਉਹਨਾਂ ਏਰੀਆ ਦੇ ਵਿੱਚ ਜਾਂ ਓਵਰਆਲ ਪੂਰੇ ਜ਼ਿਲ੍ਹੇ ਦੇ ਵਿੱਚ ਜਾਂ ਪੂਰੇ ਸੂਬੇ ਦੇ ਵਿੱਚ ਕਿਸ ਤਰ੍ਹਾਂ ਇਹਨਾਂ 'ਤੇ ਨਜ਼ਰ ਰੱਖੀ ਜਾਵੇਗੀ ਔਰ ਨਿਗਰਾਨੀ ਕਿਵੇਂ ਕੀਤੀ ਜਾਏਗੀ, ਉਹ ਥੋੜ੍ਹਾ ਉਸ ਬਾਰੇ ਦੱਸੋ। ਇਸ ਵੇਲੇ ਪਰਾਲੀ ਦਾ ਟਾਈਮ ਨਹੀਂ ਹੈ, ਇਹ ਟਾਈਮ ਹੈ ਹੁਣ ਕਣਕ ਦਾ। ਇਸ ਲਈ ਹੁਣ ਕਣਕ ਦੀ ਵਾਢੀ ਚੱਲ ਰਹੀ ਹੈ। ਕਣਕ ਦੀ ਵਾਢੀ ਤੋਂ ਬਾਅਦ ਆਮ ਕਿਸਾਨ ਤੂੜੀ ਬਣਾਉਂਦਾ ਹੈ, ਕੋਈ ਤੂੜੀ ਦੀ ਲੋੜ ਵੀ ਹੁੰਦੀ ਹੈ। ਦੂਸਰੀ ਗੱਲ ਹੈ, ਜਿਹੜੀ ਦੂਸਰੀ ਗੱਲ ਤੁਸੀਂ ਕਰ ਰਹੇ ਹੋ, ਕਿਸਾਨ ਸਮਝਦਾਰ ਹੋ ਗਏ ਹਨ, ਕਿਸਾਨਾਂ ਨੂੰ ਸਮਝਾਇਆ ਜਾ ਚੁੱਕਾ ਹੈ, ਕਿਸਾਨਾਂ ਨੂੰ ਸੁਨੇਹੇ ਦਿੱਤੇ ਜਾ ਚੁੱਕੇ ਹਨ। ਕਿਸਾਨ ਇਸ ਗੱਲ ਨੂੰ ਸਮਝਦੇ ਹਨ ਵੀ ਅਸੀਂ ਇਸ ਆਪਣੀ ਕੁਦਰਤੀ ਸੋਮੇ ਨੂੰ ਜੇ ਜ਼ਮੀਨ 'ਚ ਮਿਲਾ ਕੇ ਜ਼ਮੀਨ ਦੀ ਸਿਹਤ ਵਧਾ ਲਈਏ ਤੇ ਉਹ ਸਾਨੂੰ ਬਹੁਤ ਅੱਛੀ ਗੱਲ ਹੈ ਉਹਦੇ ਨਾਲ। ਔਰ ਮੈਂ ਆਸ ਕਰਦਾ ਹਾਂ ਕਿਸਾਨ ਇਹੋ ਜਿਹੀ ਗਲਤੀ ਨਹੀਂ ਕਰਨਗੇ। ਇਹ ਸਨ ਸਾਡੇ ਨਾਲ ਸੁਤੰਤਰ ਕੁਮਾਰ ਐਰੀ ਜੀ, ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ। ਇਹਨਾਂ ਨੇ ਬੜੇ ਬਖੂਬੀ, ਬੜੇ ਵਿਸਥਾਰ ਨਾਲ ਦੱਸਿਆ ਹੈ ਕਿ ਜਿਹੜੇ ਖੇਤੀਬਾੜੀ ਵਿਭਾਗ ਜਿਹੜਾ ਹੈ ਉਹ ਕਿਹੜੇ ਉਪਰਾਲੇ ਕਰ ਰਿਹਾ ਕਿਸਾਨਾਂ ਵਾਸਤੇ ਔਰ ਕਿਵੇਂ ਉਹਨਾਂ ਵਾਸਤੇ ਯਤਨ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਜਿਹੜਾ ਸੁਤੰਤਰ ਕੁਮਾਰ ਐਰੀ ਜੀ ਵੱਲੋਂ ਮੌਸਮ ਦੀ ਜਿਹੜੀ ਖਰਾਬੀ ਦੇ ਉੱਤੇ ਚਿੰਤਾ ਵੀ ਪ੍ਰਗਟ ਕੀਤੀ ਗਈ ਹੈ। ਉੱਥੇ ਹੀ ਜਿਹੜੀ ਹੈ ਕਿ ਕਿਸਾਨਾਂ ਨੂੰ ਜਿਹੜਾ ਵਿਕਲਪ ਦਿੱਤਾ ਗਿਆ ਹੈ ਕਿ ਕਿਸਾਨ ਜਿਹੜੇ ਨੇ ਝੋਨੇ ਦੀ ਬਿਜਾਈ ਦੇ ਯਾਰ ਇਸ ਵਾਰ ਕਿਉਂਕਿ ਮਜ਼ਦੂਰ ਵੀ ਬਹੁਤ ਘੱਟ ਮਿਲਣਗੇ ਕਿਸਾਨਾਂ ਨੂੰ, ਜਿਸ ਕਰਕੇ ਉਹ ਮੱਕੀ ਤੇ ਦਾਲਾਂ ਬੀਜ ਕੇ ਆਪਣਾ ਜਿਹੜਾ ਹੈ ਕਿ ਪੰਜਾਬ ਦੀ ਧਰਤੀ ਦਾ ਪਾਣੀ ਵੀ ਬਚਾ ਸਕਦੇ ਹਨ ਤੇ ਆਮਦਨ ਵੀ ਵਧਾ ਸਕਦੇ ਹਨ। ਉੱਥੇ ਹੀ ਕਿਸਾਨਾਂ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਜਿਹੜੀ ਇਸ ਵਾਰ ਜਿਹੜੀ ਪਰਾਲੀ ਹੋਏਗੀ ਕਣਕ ਦੀ, ਉਸ ਤੋਂ ਨਾ ਅੱਗ ਲਗਾ ਕੇ ਤੂੜੀ ਬਣਾਉਣ ਦੇ ਵਿੱਚ ਉਪਯੋਗ 'ਚ ਲਿਆਉਣ ਤਾਂ ਕਿ ਜਿਹੜੇ ਬੇਜ਼ੁਬਾਨ ਜਾਨਵਰ ਨੇ ਉਹ ਵੀ ਆਪਣਾ ਢਿੱਡ ਭਰ ਸਕਣ। ਚਿਰਾਗ ਸ਼ਰਮਾ, ਅਜੀਤ ਵੈਬ ਟੀਵੀ, ਜਲੰਧਰ।